ਦ ਅਨਮਿਊਟ ਵੇਖ ਰਹੇ ਹੋ ਤੁਸੀਂ। ਮੈਂ ਆਸ਼ੀਆ ਪੰਜਾਬੀ। ਬੀਤੇ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ। ਇੱਕ ਵਿਅਕਤੀ ਜੰਗਲਾ ਟੱਪ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਮੌਕੇ ਤੇ ਮੌਜੂਦ ਸੇਵਾਦਾਰਾਂ ਵੱਲੋਂ ਪਹਿਲਾਂ ਉਸ ਨੂੰ ਦਬੋਚਿਆ ਗਿਆ ਤੇ ਬਾਅਦ ਵਿੱਚ ਉਸ ਦਾ ਸੋਧਾ ਵੀ ਲਾ ਦਿੱਤਾ ਗਿਆ। ਪਰ ਗੱਲ ਕਰੀਏ ਜੇਕਰ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਹਾਲੇ ਬਹਿਬਲ ਕਲਾਂ ਗੋਲੀकांड ਦੀ ਗੱਲ ਕਰ ਲਈ, ਉਸ ਨੂੰ ਲੈ ਕੇ ਵੀ ਸਿੱਖ ਸੰਗਤਾਂ ਨੂੰ ਇਨਸਾਫ ਨਹੀਂ ਮਿਲਿਆ। ਸੋ ਇਸ ਨਵੀਂ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਕਾਫੀ ज़्यादा रोस पाया जा रहा है। बहरहाल उत्थे दी स्थिति की है? श्री अमृतसर दरबार साहिब दे विच सिख संगतां इस पूरे बेअदबी दी घटना नूं लै के की राय रखदियां ने, उस लई आपां जुड़ांगे साडे मुक्तसर तो पत्रकार मुकेश मेहरा दे नाल, जो सानूं ज़मीनी रिपोर्ट जिहड़ी ओह देणगे। मुकेश मेहरा। सिखां दी आस्था दा केंद्र सचखंड श्री दरबार साहिब विच बीते दिन होई बेअदबी दी घटना तो बाद जिथे सिख जथेबंदियां विच रोस पाया जा रहा है, उत्थे ही हर वर्ग दे लोकां विच रोस पाया जा रहा है। नानक नाम लेवा संगत दे विच रोस पाया जा रहा है। ਤਾਂ ਉੱਥੇ ਹੀ ਬੀਤੇ ਦਿਨ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਕਿ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਤੇ ਮੌਕੇ ਤੇ ਮੌਜੂਦ ਸ਼ਰਧਾਲੂਆਂ ਵੱਲੋਂ ਉਸ ਦਾ ਸੋਧਾ ਲਾ ਦਿੱਤਾ ਗਿਆ। ਜਿਸ ਤੋਂ ਬਾਅਦ ਅੱਜ ਇੱਕ ਵਾਰ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਆਸੇ-ਪਾਸੇ ਜਿਹੜਾ ਇੱਕ ਪੈਦਲ ਮਾਰਚ ਕੀਤਾ ਗਿਆ। ਤਾਂ ਤਸਵੀਰਾਂ ਤੁਹਾਨੂੰ ਉਸ ਮਾਰਚ ਦੀਆਂ ਦਿਖਾ ਦਿੰਦੇ ਹਾਂ ਕਿ ਇੱਕ ਵਾਰ ਫਿਰ ਜਿੱਥੇ ਬੇਅਦਬੀ ਦੀ ਘਟਨਾ ਨੂੰ ਲੈ ਕੇ ਸੰਗਤ ਦੇ ਵਿੱਚ ਰੋਸ ਸੀ, ਉੱਥੇ ਹੀ 328 ਪਾਵਨ ਸਰੂਪਾਂ ਨੂੰ ਲੈ ਕੇ ਇੱਕ ਵਾਰ ਮੁੱਦਾ ਜਿਹੜਾ ਫਿਰ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਿਹੜਾ ਮਾਰਚ ਕੀਤਾ ਗਿਆ। ਤਾਂ 328 ਪਾਵਨ ਸਰੂਪਾਂ ਦੀ ਜੋ ਲਾਪਤਾ ਹੋਏ ਆ ਉਸ ਦੇ ਦੋਸ਼ੀਆਂ ਤੇ ਫੌਜਦਾਰੀ ਪਰਚਾ ਕਰਵਾਉਣ ਨੂੰ ਲੈ ਕੇ ਜਿਹੜਾ ਹੈ ਇੱਕ ਵਾਰ ਫਿਰ ਮੰਗ ਜਿਹੜੀ ਹੈ ਉਹ ਉੱਠਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇਸ ਸੰਬੰਧੀ ਕੀ ਕਹਿਣਾ ਹੈ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਸਾਡੇ ਨਾਲ ਮੌਜੂਦ ਹੈ। ਅਸੀਂ ਉਹਨਾਂ ਦੇ ਵਿਚਾਰ ਵੀ ਜਾਣ ਲੈਂਦੇ ਹਾਂ ਕਿ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹੈ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਸਾਲ ਜੋ 328 ਪਾਵਨ ਸਰੂਪਾਂ ਦਾ ਜਿਹੜਾ ਮੁੱਦਾ ਉੱਠਿਆ ਸੀ, ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ 328 ਪਾਵਨ ਸਰੂਪ ਜਿਹੜੇ ਆ ਉਹ ਗਾਇਬ ਹੋਏ ਸਨ। ਉਸ ਸਮੇਂ ਵੀ ਸਿੱਖ ਸੰਗਤਾਂ ਨੇ ਇਹ ਮੋਰਚਾ ਲਾਇਆ ਸੀ, ਸਮੂਹ ਸਿੱਖ ਜਥੇਬੰਦੀਆਂ ਨੇ, ਕਿ ਸੰਗਤਾਂ ਨੂੰ ਦੱਸਿਆ ਜਾਵੇ ਕਿ ਉਹ 328 ਪਾਵਨ ਸਰੂਪ ਕਿਹਨੂੰ ਦਿੱਤੇ, ਕਿਹਦੇ ਕਹਿਣ ਦੇ ਉੱਤੇ ਦਿੱਤੇ ਤੇ ਉਹ ਪਾਵਨ ਸਰੂਪ ਹੁਣ ਕਿਹੜੇ ਹਾਲਾਤਾਂ ਦੇ ਵਿੱਚ ਆ। 1 ਸਾਲ ਤੋਂ ਵੱਧ ਜਿਹੜਾ ਸਮਾਂ ਆ ਉਹ ਬੀਤ ਚੁੱਕਾ ਹੋਇਆ ਆ, ਪਰ ਅਜੇ ਤੱਕ ਕੌਮ ਨੂੰ, ਪੰਥ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਪਾਵਨ ਸਰੂਪ ਕਿੱਥੇ ਆ। ਸੰਗਤ ਦੇ ਵਿੱਚ ਬੜਾ ਵੱਡਾ ਜਿਹੜਾ ਰੋਹ ਆ ਤੇ ਉਹ ਜਿਹੜੇ 16 ਦੋਸ਼ੀ ਆ ਉਹਨਾਂ ਦੇ ਉੱਤੇ ਜਿਹੜਾ ਕਾਨੂੰਨੀ ਕਾਰਵਾਈ ਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਸ ਸਮੇਂ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਸੀ ਕਿ ਅਸੀਂ ਕਰਾਵਾਂਗੇ, ਪਰ ਹਾਲੇ ਤੱਕ ਜਿਹੜੀ ਕਾਨੂੰਨੀ ਕਾਰਵਾਈ ਆ ਉਸ ਦੁਸ਼ਟ ਉੱਤੇ ਨਹੀਂ, ਉਹਨਾਂ ਦੁਸ਼ਟਾਂ ਤੇ ਨਹੀਂ ਕਰਵਾਈ ਗਈ। ਸੋ ਜਿਨ੍ਹਾਂ ਨੇ ਇੰਨਾ ਵੱਡਾ ਕਾਰਾ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਵਿੱਚ ਜਿਹੜਾ ਘਪਲਾ ਆ ਉਹ ਕੀਤਾ, ਉਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਉਹ ਹੋਣੀ ਚਾਹੀਦੀ ਆ। ਤੇ ਜਿਸ ਸਮੇਂ ਸਿੱਖ ਸੰਗਤਾਂ ਨੇ ਇਹ ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਲਾਇਆ ਸੀ, ਤਾਂ ਉਸ ਮੋਰਚੇ ਨੂੰ ਤਹਿਸ ਕਰਨ ਦੇ ਵਾਸਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ, ਗੁੰਡੇ ਮੁਲਾਜ਼ਮਾਂ ਨੇ ਸੰਗਤ ਦੇ ਉੱਤੇ ਬੇਤਹਾਸ਼ਾ ਜਿਹੜਾ ਜ਼ੁਲਮ ਆ ਉਹ ਕੀਤਾ। ਕੇਸਾਂ ਕਕਾਰਾਂ ਦੀ ਜਿਹੜੀ ਬੇਅਦਬੀ ਆ ਉਹ ਕੀਤੀ। ਜੇਕਰ ਇੰਨਾ ਕੁਝ ਕਰ ਲਿਆ ਤੇ ਹੁਣ ਹੀ ਉਹ ਪਾਵਨ ਸਰੂਪਾਂ ਦਾ ਹਿਸਾਬ ਦੇ ਦੇਣ, ਪਰ ਜੇਕਰ ਉਹਨਾਂ ਨੇ ਪਾਵਨ ਸਰੂਪਾਂ ਦਾ ਹਿਸਾਬ ਨਾ ਦਿੱਤਾ ਤੇ ਸੰਗਤ ਦਾ ਜਿਹੜਾ ਰੋਹ ਆ ਉਹ ਮੱਠਾ ਨਹੀਂ ਪਵੇਗਾ। ਅਸੀਂ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਬਾਦਲਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਇਹਨਾਂ ਦੀਆਂ ਜਿਹੜੀਆਂ ਪੁਸ਼ਤਾਂ ਆ ਉਹ ਯਾਦ ਰੱਖਣਗੀਆਂ। ਸਮੁੱਚੀਆਂ ਸਿੱਖ ਸੰਗਤਾਂ ਨੂੰ ਬਾਦਲ ਦਲ ਦਾ ਬਾਈਕਾਟ ਕਰਨ ਦਾ ਅਸੀਂ ਜਿਹੜਾ ਸੱਦਾ ਆ ਉਹ ਦਿੰਦੇ ਆ। 1 ਮਹੀਨੇ ਦੇ ਵਿੱਚ ਸਾਨੂੰ ਪਾਵਨ ਸਰੂਪਾਂ ਦਾ ਜਿਹੜਾ ਹਿਸਾਬ ਆ ਉਹ ਦਿੱਤਾ ਜਾਣਾ ਚਾਹੀਦਾ ਆ, ਨਹੀਂ ਤਾਂ ਅਸੀਂ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਨਾਲ ਰਲ ਕੇ ਇਹ ਜਿਹੜਾ ਸੰਘਰਸ਼ ਆ ਉਹਨੂੰ ਹੋਰ ਵੀ ਜਿਹੜਾ ਤਿੱਖਾ ਆ ਉਹ ਕਰਾਂਗੇ। ਲੇਕਿਨ ਲੱਗਦਾ ਨਹੀਂ ਕਿ ਜਿਸ ਵਿਅਕਤੀ ਵੱਲੋਂ ਬੇਅਦਬੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਜਿੰਦਾ ਰੱਖਣਾ ਚਾਹੀਦਾ ਸੀਗਾ, ਤਾਂ ਜੋ ਕਿ ਪਤਾ ਲੱਗ ਸਕਦਾ ਕਿ ਕਿਸ ਤਰ੍ਹਾਂ ਕੀ ਕੌਣ ਤੇਰੇ ਪਿੱਛੇ ਮਨਸ਼ਾ ਕੀ ਸੀਗੀ ਸਾਰੀ। ਦੇਖੋ, ਅੱਗੇ ਵੀ ਜਿਨ੍ਹਾਂ ਦੁਸ਼ਟਾਂ ਨੇ ਬੇਅਦਬੀਆਂ ਕੀਤੀਆਂ ਸਨ ਉਹਨਾਂ ਨੂੰ ਪੁਲਿਸ ਦੇ ਕੋਲ ਫੜਾ ਦਿੱਤਾ ਗਿਆ ਸੀ, ਪਰ ਪੁਲਿਸ ਨੇ ਥੋੜੇ ਦਿਨਾਂ ਬਾਅਦ ਹੀ ਉਹਨਾਂ ਦੁਸ਼ਟਾਂ ਨੂੰ ਮਾਨਸਿਕ ਰੋਗੀ ਕਹਿ ਕੇ ਛੱਡ ਦਿੱਤਾ ਸੀ ਤੇ ਜਾਂ ਉਹਨਾਂ ਦੇ ਉੱਤੇ ਕੇਵਲ 295 ਏ ਧਾਰਾ ਜਿਹੜੀ ਲਗਾਈ ਗਈ ਸੀ ਤੇ ਕੁਝ ਸਮੇਂ ਬਾਅਦ ਹੀ ਉਹ ਦੋਸ਼ੀ ਜ਼ਮਾਨਤਾਂ ਦੇ ਉੱਤੇ ਜਿਹੜੇ ਰਿਹਾ ਹੋ ਕੇ ਤੇ ਸਿੱਖ ਪੰਥ ਨੂੰ ਚਿੜਾਉਂਦੇ ਰਹੇ ਆ। ਪਿਛਲੇ ਜਿਹੜੀ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਉਹਦੇ ਵਿੱਚ ਸਿਰਸੇ ਵਾਲੇ ਦੋਸ਼ੀ ਦਾ ਜਿਹੜਾ ਹੱਥ ਆ ਉਹ ਨਿਕਲਿਆ ਪਖੰਡੀ ਸਾਧ ਦਾ, ਪਰ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ ਉਸ ਪਖੰਡੀ ਰਾਮ ਰਹੀਮ ਨੂੰ ਜਿਹੜਾ ਹੱਥ ਆ ਉਹ ਨਹੀਂ ਪਾਇਆ ਤੇ ਉਹ ਬਰਗਾੜੀ ਬੇਅਦਬੀ ਕਾਂਡ ਵਾਲੇ ਵੀ ਜਿਹੜੇ ਦੋਸ਼ੀ ਸਨ
ਉਹ ਸਾਰੇ ਜ਼ਮਾਨਤਾਂ ਦੇ ਉੱਤੇ ਜਿਹੜੇ ਰਿਹਾ ਆ ਉਹ ਹੋ ਗਏ ਹੋਏ ਆ, ਉਹਨਾਂ ਨੂੰ ਸਿਕਿਉਰਿਟੀਆਂ ਵੀ ਮਿਲ ਚੁੱਕੀਆਂ ਸੀ। ਸੋ ਸਿੱਖ ਪੰਥ ਦੀ ਇੱਕ ਸਾਂਝੀ ਆਵਾਜ਼ ਸੀ, ਇੱਕ ਰੀਝ ਸੀ ਕਿ ਜਿਹੜਾ ਵੀ ਕੋਈ ਬੇਅਦਬੀ ਕਰਨ ਆਵੇ ਉਹਨੂੰ ਮੌਕੇ ਦੇ ਉੱਤੇ ਜਿਹੜਾ ਝਟਕਾਇਆ ਉਹ ਜਾਵੇ, ਤੇ ਕੱਲ ਮੌਕੇ ਦੇ ਉੱਤੇ ਹੀ ਉਸ ਦੁਸ਼ਟ ਨੂੰ ਜਿਹੜੀ ਸਜ਼ਾ ਆ ਉਹ ਦਿੱਤੀ ਗਈ। ਇਹਦੇ ਵਿੱਚ ਸਮੁੱਚੀ ਸਿੱਖ ਸੰਗਤ ਦੀ ਜਿਹੜੀ ਪ੍ਰਵਾਨਗੀ ਆ ਉਹ ਮਿਲੀ ਹੋਈ ਆ। ਲੇਕਿਨ ਇੱਕ ਰਾਜ ਬਣ ਕੇ ਨਹੀਂ ਰਹਿ ਗਿਆ ਭਾਜੀ ਇੱਕ, ਕਿਉਂਕਿ ਉਹਦਾ ਅਸਲੀ ਦੋਸ਼ੀਆਂ ਦਾ ਕੌਣ ਸੀ ਪਿੱਛੇ? ਦੇਖੋ, ਜਿਨ੍ਹਾਂ ਦਾ ਰਾਜ ਖੁੱਲ ਗਿਆ ਸੀ, ਜਿਹੜੇ ਉਹ ਸਿਰਸੇ ਵਾਲੇ ਨਿਕਲੇ, ਉਹਦੇ ਪਿੱਛੇ ਡੇਰਾ ਪ੍ਰੇਮੀ ਨਿਕਲੇ, ਤੇ ਉਹ ਵੀ ਬਾਅਦ ਵਿੱਚ ਜ਼ਮਾਨਤਾਂ ਦੇ ਉੱਤੇ ਰਿਹਾ ਹੋ ਗਏ। ਉਹਨਾਂ ਦੇ ਵਿੱਚ ਬਹੁਤਿਆਂ ਨੂੰ ਸਿਕਿਉਰਿਟੀਆਂ ਮਿਲੀਆਂ ਹੋਈਆਂ, ਤੇ ਮਹਿੰਦਰਪਾਲ ਬਿੱਟੂ ਨੂੰ ਆਪ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਸੋਧਣਾ ਪਿਆ ਸੀ। ਸੋ ਇਹਨੂੰ ਵੀ ਬਾਅਦ ਵਿੱਚ ਜੇਕਰ ਉਹ ਮਾਨਸਿਕ ਰੋਗੀ ਕਹਿ ਦਿੰਦੇ। ਬਾਕੀ ਜਿੱਥੋਂ ਤੱਕ ਗੱਲ ਇਹ ਆ ਕਿ ਰਾਜ ਰੁਕ ਗਿਆ, ਉਹ 1.5-2 ਘੰਟੇ ਬੰਦਾ ਸ਼੍ਰੋਮਣੀ ਕਮੇਟੀ ਦੇ ਕੋਲ ਰਿਹਾ ਆ, ਪੁਲਿਸ ਪ੍ਰਸ਼ਾਸਨ ਦੇ ਕੋਲ ਰਿਹਾ ਆ, ਉਹਦੀ ਪੁੱਛਤਾਛ ਕੀਤੀ ਹੋਏਗੀ, ਤਹਿ ਤੱਕ ਗਿਆ ਹੋਏਗਾ ਕਿ ਉਹ ਬੰਦੇ ਨੂੰ ਕਿੰਨੇ ਭੇਜਿਆ, ਕਾਹਤੋਂ ਭੇਜਿਆ, ਉਹਦੀ ਕੀ ਸਾਜ਼ਿਸ਼ ਸੀ ਕਿ ਉਹ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਹੜੀ ਅੱਗ ਆ ਉਹ ਲਾਉਣੀ ਚਾਹੁੰਦਾ ਸੀ, ਕਿਉਂ ਉਹਨੇ ਸਾਡੇ ਧਰਮ ਦੇ ਉੱਤੇ ਹਮਲਾ ਕੀਤਾ, ਕੀ ਉਹਨੂੰ ਪੈਸੇ ਦਿੱਤੇ ਗਏ ਸੀ, ਉਹਦੇ ਨਾਲ ਹੋਰ ਕਿੰਨੇ ਕੁ ਬੰਦੇ ਆ, ਕਿੰਨਾ ਕੁ ਵੱਡਾ ਇਹਨਾਂ ਦਾ ਜਿਹੜਾ ਗੈਂਗ ਆ। ਕਿਉਂਕਿ ਹਰ ਮਹੀਨੇ ਕੋਈ ਨਾ ਕੋਈ ਬੇਅਦਬੀ ਦੀ ਜਿਹੜੀ ਖਬਰ ਆ ਉਹ ਸਾਹਮਣੇ ਆ ਜਾਂਦੀ ਆ। ਪਰ ਜੋ ਕੁਝ ਵੀ ਕੱਲ ਹੋਇਆ ਆ ਉਹ ਠੀਕ ਹੋਇਆ, ਖਾਲਸਾਈ ਰਵਾਇਤਾਂ ਅਨੁਸਾਰ ਹੋਇਆ। ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਡੇ ਕੇਂਦਰੀ ਸਥਾਨ ਤੋਂ ਦੁਨੀਆ ਭਰ ਦੇ ਵਿੱਚ ਇਹ ਜਿਹੜਾ ਮੈਸੇਜ ਆ ਕੱਲ ਗਿਆ ਆ ਕਿ ਕੋਈ ਵੀ ਸਾਡੇ ਗੁਰੂ ਦਰਬਾਰ ਤੇ ਹਮਲਾ ਕਰਨ ਆਉਂਦਾ ਆ ਤੇ ਉਹਨੂੰ ਇਸੇ ਤਰ੍ਹਾਂ ਹੀ ਮੌਕੇ ਦੇ ਉੱਤੇ ਜਿਹੜਾ ਝਟਕਾ ਆ ਦਿੱਤਾ ਜਾਵੇ। ਇੱਕ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿਹੜੀ ਪਹਿਲਾਂ ਬੇਅਦਬੀਆਂ ਹੋਈਆਂ ਨੇ ਉਹਨਾਂ ਦੇ ਵੀ ਹਜੇ ਨਤੀਜੇ ਨਿਕਲ ਕੇ ਸਾਹਮਣੇ ਨਹੀਂ ਆਏ, ਤੇ ਇੱਕ ਬੇਅਦਬੀ ਹੁਣ ਫੇਰ ਹੋ ਗਈ। ਚੋਣਾਂ ਤੋਂ ਪਹਿਲਾਂ ਬੇਅਦਬੀ ਪਹਿਲਾਂ ਵੀ 2015 ਦੇ ਵਿੱਚ ਹੋਈ ਸੀ, ਹੁਣ ਫੇਰ ਚੋਣਾਂ ਤੋਂ ਪਹਿਲਾਂ ਬੇਅਦਬੀ ਹੋਈ ਹੈ। ਅੱਜ ਵੀ ਹੋਈ। ਦੇਖੋ, ਇਹਦੇ ਵਿੱਚ ਸਿਆਸਤ ਬੜੀ ਵੱਡੀ ਕੰਮ ਕਰ ਰਹੀ ਆ। ਸਮੁੱਚੀ ਸਿੱਖ ਜਗਤ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ 2022 ਦੀਆਂ ਜਿਹੜੀਆਂ ਚੋਣਾਂ ਆ ਉਹ ਆਉਣ ਵਾਲੀਆਂ ਪੰਜਾਬ ਦੇ ਵਿੱਚ ਜਿਹੜੀ ਅੱਗ ਆ ਉਹ ਲਾਈ ਜਾ ਸਕਦੀ ਆ। ਸੋ ਗੁਰੂ ਘਰਾਂ ਦੇ ਜਿਹੜੇ ਪਹਿਰੇਦਾਰੀ ਆ ਉਹ ਕੀਤੀ ਜਾਵੇ। ਸੋ ਇੱਕ ਸਾਜ਼ਿਸ਼ ਨੰਗੀ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ, ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ। ਬਾਕੀ ਜਿਹੜੀ ਇੰਡੀਅਨ ਸਟੇਟ ਆ ਉਹ ਵੀ ਇਹਨਾਂ ਦੋਸ਼ੀਆਂ ਨੂੰ ਜਿਹੜੀ ਸਰਪ੍ਰਸਤੀ ਆ, ਜਿਹੜੀ ਸ਼ਹਿ ਆ ਉਹ ਦਿੰਦੀ ਆ ਰਹੀ ਆ। ਪੁਲਿਸ ਪ੍ਰਸ਼ਾਸਨ ਦਾ ਜਾਂ ਇੱਥੋਂ ਦੇ ਨਿਆਂਪਾਲਕਾਂ ਦਾ ਉਹ ਜਿਹੜਾ ਰੋਲ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਆ। ਸੋ ਇਸੇ ਕਰਕੇ ਖਾਲਸਾਈ ਰਵਾਇਤਾਂ ਅਨੁਸਾਰ ਜਿਹੜਾ ਸੰਗਤ ਨੂੰ ਆਪ ਹੀ ਇਨਸਾਫ ਕਰਨਾ ਪੈ ਰਿਹਾ ਹੈ। ਲੱਗਦਾ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੇ ਅੰਦਰ ਐਸਜੀਪੀਸੀ ਆ ਉਹ ਤੁਹਾਨੂੰ ਜਿਹੜੀਆਂ ਗੱਲਾਂ ਉਹਦੇ ਕੋਲ ਪੁੱਛੀਆਂ ਗਈਆਂ ਉਹ ਤੁਹਾਨੂੰ ਅੱਗੇ ਦੱਸਣਗੇ, ਉਹ ਗੱਲਾਂ ਬਾਹਰ ਆਉਣਗੀਆਂ? ਕਿਉਂਕਿ ਜੇ ਦੇਖਿਆ ਸ਼੍ਰੋਮਣੀ ਕਮੇਟੀ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਆ ਕਿ ਉਹ ਸਾਰੀ ਤਹਿ ਤੱਕ ਜਾਇਆ ਜਾਵੇ, ਸੰਗਤ ਸਾਹਮਣੇ ਉਹ ਗੱਲ ਨੰਗੀ ਕੀਤੀ ਜਾਵੇ ਕਿ ਇਹ ਬੰਦਾ ਕਿੱਥੋਂ ਆਇਆ ਸੀ। ਹਾਲੇ ਸਿਰਫ ਇੰਨਾ ਪਤਾ ਲੱਗਾ ਆ ਕਿ ਉਹ ਕੋਈ ਬੰਦਾ ਪ੍ਰਵਾਸੀ ਸੀ, ਪੰਜਾਬ ਤੋਂ ਬਾਹਰ ਰਹਿਣ ਵਾਲਾ, ਉੱਤਰ ਪ੍ਰਦੇਸ਼ ਦਾ ਉਹ ਬੰਦਾ ਸੀ। ਤੇ ਅੱਜ ਇੱਕ ਹੋਰ ਵੀ ਬੇਅਦਬੀ ਹੋਈ ਆ ਕਪੂਰਥਲੇ ਦੇ ਨੇੜੇ ਨਿਜ਼ਾਮਪੁਰ ਦੇ ਵਿੱਚ, ਉਹਦੇ ਬਾਰੇ ਵੀ ਪਤਾ ਲੱਗਾ ਕਿ ਉਹ ਦਿੱਲੀ ਤੋਂ ਕਿਸੇ ਨੇ ਪੈਸੇ ਦੇ ਕੇ ਉਹਨੂੰ ਇੱਧਰਲੇ ਪਾਸੇ ਤੋਰਿਆ ਸੀ। ਜਿਹੜੀ ਸਿੰਘੂ ਬੇਅਦਬੀ ਹੋਈ ਸੀ ਉੱਥੇ ਵੀ ਉਸ ਬੰਦੇ ਨੂੰ ਜਿਹੜਾ 30,000 ਰੁਪਇਆ ਆ ਉਹ ਦਿੱਤਾ ਗਿਆ ਆ। ਹੁਣ ਇਸ ਬੰਦੇ ਨੂੰ ਕਿਹਨੇ ਭੇਜਿਆ ਆ, ਕਿਹੜੀਆਂ ਤਾਕਤਾਂ ਆ ਇਹਦੇ ਪਿੱਛੇ, RSS ਆ ਜਾਂ ਹੋਰ ਕਈ ਪੰਥ ਵਿਰੋਧੀ ਡੇਰਾ ਆ ਜਾਂ ਕੋਈ ਹੋਰ ਪੰਥ ਵਿਰੋਧੀ ਸੰਸਥਾਵਾਂ ਆ, ਕੋਈ ਏਜੰਸੀਆਂ ਕੰਮ ਕਰ ਰਹੀਆਂ, ਕੋਈ ਗੈਂਗ ਕੰਮ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਾਂ ਇਸ ਭਾਰਤ ਦੇ ਵਿੱਚ ਜਿਹੜੇ ਦੰਗੇ ਆ ਉਹ ਭੜਕਾ ਦਿੱਤੇ ਜਾਣ, ਮਾਹੌਲ ਦਾ ਖੂਨ ਖਰਾਬਾ ਆ ਉਹ ਹੋ ਜਾਵੇ। ਕਿਉਂਕਿ ਜਦੋਂ ਵੀ ਕਿਸੇ ਸਿੱਖ ਨੂੰ ਪਤਾ ਲੱਗਦਾ ਕਿ ਬੇਅਦਬੀ ਦੀ ਜਿਹੜੀ ਘਟਨਾ ਆ ਉਹ ਵਾਪਰੀ ਆ, ਹਰੇਕ ਸਿੱਖ ਦਾ ਜਿਹੜਾ ਹਿਰਦਾ ਆ ਉਹ ਛਲਨੀ ਹੋ ਜਾਂਦਾ ਆ। ਕੋਈ ਵੀ ਸਿੱਖ ਜਿਹੜਾ ਘਰ ਵਿੱਚ ਨਹੀਂ ਬਹਿ ਸਕਦਾ। ਜਦੋਂ 2015 ਵਿੱਚ ਬਰਗਾੜੀ ਵਿੱਚ ਬੇਅਦਬੀ ਹੋਈ ਤੇ ਤੁਹਾਨੂੰ ਪਤਾ 1 ਮਹੀਨਾ ਜਿਹੜਾ ਪੂਰਾ ਪੰਜਾਬ ਦੇ ਲੋਕ ਸਨ ਉਹ ਸੜਕਾਂ ਦੇ ਉੱਤੇ ਆ ਗਏ ਸਨ। ਸੋ ਇਹ ਜਿਹੜੀਆਂ ਬੇਅਦਬੀਆਂ ਆ ਉਹ ਤਾਂ ਹੀ ਬੰਦ ਹੋਣਗੀਆਂ ਜੇਕਰ ਖਾਲਸਾਈ ਰਵਾਇਤਾਂ ਅਨੁਸਾਰ ਉਹਨਾਂ ਨੂੰ ਮੌਕੇ ਦੇ ਉੱਤੇ ਜਿਹੜੀਆਂ ਸਜ਼ਾਵਾਂ ਆ ਉਹ ਦਿੱਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਨੇ ਕੱਲ ਮੰਨਿਆ ਕਿ ਇੱਕ ਇਸ ਤੋਂ ਪਹਿਲਾਂ ਵੀ ਜਿਹੜੀ ਸੀਗੀ ਜੋ ਬੇਅਦਬੀ ਜਿਹੜੀ ਸੀ ਹੋਈ ਸੀ, ਗੁਟਕਾ ਸਾਹਿਬ ਜਿਹੜਾ ਸੀਗਾ ਸਰੋਵਰ 'ਚ ਸੁੱਟਿਆ ਗਿਆ ਸੀਗਾ, ਕੀ ਲੱਗਦਾ ਨਹੀਂ ਸੀਗਾ ਇਹ ਸਭ ਕੁਝ ਜਗ ਜ਼ਾਹਰ ਹੋਣਾ ਚਾਹੀਦਾ? ਜੇਕਰ ਕੱਲ ਵੀ ਲਾਈਵ ਨਾ ਚੱਲਦਾ ਤਾਂ ਸ਼ਾਇਦ ਇਹਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਬਿਲਕੁਲ ਇਹ ਜਗ ਜ਼ਾਹਰ ਹੋਣਾ ਚਾਹੀਦਾ ਆ, ਕਿਉਂਕਿ ਥੋੜੇ ਦਿਨ ਪਹਿਲਾਂ ਜਿਵੇਂ ਸਰੋਵਰ ਦੇ ਵਿੱਚ ਪਾਵਨ ਗੁਟਕਾ ਸਾਹਿਬ ਸੁੱਟਣ ਦੀ ਕੋਸ਼ਿਸ਼ ਕੀਤੀ ਗਈ, ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਜਿਹੜਾ ਦੋਸ਼ੀ ਸੀ, ਪਾਪੀ ਸੀ, ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਉੱਤੇ ਜਿਹੜਾ ਤੇਜ਼ਾਬ ਆ, ਕੈਮੀਕਲ ਆ ਉਹ ਸੁੱਟਿਆ। ਇਸ ਤੋਂ ਪਹਿਲਾਂ ਹੋਰ ਵੀ 2-4 ਸਾਲ ਪਹਿਲਾਂ ਦੀ ਘਟਨਾ ਆ ਕਿ ਇੱਕ ਬੀਬੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਪਾਲਕੀ ਦੇ ਵਿੱਚ ਉਹ ਬਹਿ ਗਈ ਸੀ। ਪਰ ਜੇਕਰ ਸ਼੍ਰੋਮਣੀ ਕਮੇਟੀ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਉਦੋਂ ਹੀ ਸਖਤ ਐਕਸ਼ਨ ਲਿਆ ਹੁੰਦਾ ਤਾਂ ਸ਼ਾਇਦ ਇਹ ਦਿਨ ਸਾਨੂੰ ਜਿਹੜੇ ਆ ਉਹ ਨਾ ਦੇਖਣੇ ਪੈਂਦੇ। ਅਖੌਤੀ ਪੰਥਕ ਬਾਦਲ ਸਰਕਾਰ ਦੇ ਵੇਲੇ ਵੀ ਇਹ ਜਿਹੜੀਆਂ ਬੇਅਦਬੀਆਂ ਹੋਈਆਂ ਤੇ ਦੋਸ਼ੀਆਂ ਨੂੰ ਵੋਟਾਂ ਦੀ ਖਾਤਰ ਜਿਹੜਾ ਆ ਉਹਨਾਂ ਨੂੰ ਬਚਾ ਲਿਆ ਤੇ ਡੇਰਾ ਸਿਰਸਾ ਦੇ ਉੱਤੇ ਜਿਹੜੀ ਠੋਸ ਕਾਰਵਾਈ ਆ ਉਹ ਨਹੀਂ ਕੀਤੀ ਗਈ। ਸੋ ਦੋਸ਼ੀਆਂ ਨੂੰ ਦਿਨੋਂ ਦਿਨ ਸ਼ਹਿ ਮਿਲਦੀ ਗਈ। ਸਵਾਲ ਪੁੱਛੂਗੀ, ਕੱਲ ਜਦੋਂ ਬੇਅਦਬੀ ਹੋਈ ਤਾਂ ਉਸ ਤੋਂ ਬਾਅਦ
ਸ਼੍ਰੋਮਣੀ ਅਕਾਲੀ ਦਲ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਕਿ ਸੈਂਟਰ ਦੀ ਸਰਕਾਰ ਨੂੰ ਅਪੀਲ ਕਰਦੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਮੇਰਾ ਹਿਰਦਾ ਬਲੂੰਦੜਿਆ ਗਿਆ ਜਦੋਂ ਇਹ ਮੈਂ ਘਟਨਾ ਸੁਣੀ, ਬਹੁਤ ਮੰਦਭਾਗੀ ਘਟਨਾ ਹੈ ਤੇ ਅਪੀਲ ਕਰਦੇ ਨੇ ਜਿਹੜੇ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਵੀ, ਸੈਂਟਰ ਦੀ ਸਰਕਾਰ ਨੂੰ ਵੀ, ਕਿ ਇਹਦੇ ਪਿੱਛੇ ਦੇ ਰਾਜ਼ ਖੋਲੇ ਜਾਣ ਕਿ ਗੱਲਬਾਤ ਸ਼ੁਰੂ ਕਿੱਥੋਂ ਹੋਈ ਬੇਅਦਬੀ ਦੀ ਅਤੇ ਇਹਦੇ ਪਿੱਛੇ ਕਿਸ ਦਾ ਹੱਥ ਹੈ। ਦੇਖੋ ਰਾਜ ਤਾਂ ਖੁੱਲ੍ਹਣੇ ਚਾਹੀਦੇ ਆ, ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਆ, ਸੁਖਬੀਰ ਬਾਦਲ ਹੋਣਾ ਦੀ ਆਪਣੀ ਸਰਕਾਰ ਸੀ 2007 ਤੋਂ ਲੈ ਕੇ 17 ਤੱਕ ਇਹਨਾਂ ਦੀ 10 ਸਾਲ ਸਰਕਾਰ ਰਹੀ, ਉਸ ਸਮੇਂ ਤਾਂ ਇਹਨਾਂ ਨੇ ਜਿਹੜੇ ਰਾਜ ਆ ਉਹ ਖੋਲੇ ਨਹੀਂ। ਜਦੋਂ ਪਤਾ ਲੱਗਾ ਕਿ ਬੇਅਦਬੀਆਂ ਦੇ ਪਿੱਛੇ ਡੇਰਾ ਸਿਰਸਾ ਕੰਮ ਕਰ ਰਿਹਾ ਤੇ ਵੋਟਾਂ ਪਿੱਛੇ ਇਹਨਾਂ ਨੇ ਉੱਥੇ ਹੀ ਜਿਹੜੀ ਸਾਰੀ ਗੱਲਬਾਤ ਸੀ ਉਹ ਠੱਪ ਕਰ ਦਿੱਤੀ। ਰਾਜ ਖੁੱਲ੍ਹਣੇ ਚਾਹੀਦੇ ਆ, ਪਰ ਅਖੌਤੀ ਪੰਥਕ ਬਾਦਲ ਸਰਕਾਰ ਦੇ ਵੇਲੇ ਵੀ ਜਿਹੜੀ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜੀ ਸ਼ਹਿ ਆ ਉਹ ਦਿੱਤੀ ਗਈ। ਉਹੀ ਕੁਝ ਕਾਂਗਰਸ ਸਰਕਾਰ, ਪੰਜਾਬ ਸਰਕਾਰ ਜਿਹੜੀ ਮੌਜੂਦਾ ਆ, ਚਾਹੇ ਚੰਨੀ ਦੀ ਹੋਵੇ ਚਾਹੇ ਉਹ ਪਹਿਲਾਂ ਕੈਪਟਨ ਦੀ ਸੀ, ਉਹਦੇ ਵਿੱਚ ਵੀ ਹਾਲਾਤ ਉਹੀ ਰਹੇ। ਗੱਲ ਇਹ ਆ ਕਿ ਇੰਡੀਅਨ ਸਟੇਟ ਇੱਥੋਂ ਦੀਆਂ ਜਿਹੜੀਆਂ ਏਜੰਸੀਆਂ ਆ ਉਹ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੀਆਂ ਆ ਰਹੀਆਂ ਆ। ਸੁਖਜਿੰਦਰ ਸਿੰਘ ਸੁਖੀਰਨ ਦਾ ਵਾਅਦਾ ਕਹਿਣਾ ਕਿ 295 ਇਹ ਜਿਹੜਾ ਪਰਚਾ ਆ ਉਹਨੂੰ ਜਿਹੜਾ ਆ ਉਹ ਤੋਂ ਹੈਵੀ ਜਿਹੜੀ ਸਜ਼ਾ ਹੋਣੀ ਚਾਹੀਦੀ ਤਾਂ ਜੋ ਕਿ ਲੋਕਾਂ ਲਈ ਦੇਖੋ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੋਈ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਜਾਗਤ ਜੋਤ ਪ੍ਰਤੱਖ ਸਤਿਗੁਰੂ ਨੇ। ਸੁਪਰੀਮ ਕੋਰਟ ਭਾਰਤ ਦੀ ਇਹ ਮੰਨਦੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਜਾਗਤ ਜੋਤ ਪ੍ਰਤੱਖ ਸਤਿਗੁਰੂ ਨੇ, ਤੇ ਜੇ ਕੋਈ ਬੇਅਦਬੀ ਕਰਨ ਆਉਂਦਾ ਆ ਉਹਦੇ ਉੱਤੇ ਕਤਲ ਦਾ ਮੁਕੱਦਮਾ ਵੀ ਬਣਦਾ ਆ, ਉਹਨੂੰ ਮੌਕੇ ਦੇ ਉੱਤੇ ਜਿਹੜਾ ਫਾਂਸੀ ਤੇ ਜਿਹੜੀ ਸਜ਼ਾ ਆ ਉਹਨੂੰ ਦਿੱਤੀ ਜਾਣੀ ਚਾਹੀਦੀ ਹੈ। ਉਮਰ ਕੈਦ ਤੋਂ ਵੀ ਵੱਡੀ ਜਿਹੜੀ ਸਜ਼ਾ ਫਾਂਸੀ ਦੀ ਜਿਹੜੀ ਸਜ਼ਾ ਆ ਉਹਨੂੰ ਦਿੱਤੀ ਜਾਣੀ ਚਾਹੀਦੀ ਹੈ। ਮੈਂ ਇੱਕ ਸਵਾਲ ਤੁਹਾਨੂੰ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ? ਲਗਾਤਾਰ 2 ਘਟਨਾਵਾਂ ਜਿਹੜੀਆਂ ਸਾਹਮਣੇ ਵੇਖਣ ਨੂੰ ਮਿਲੀਆਂ। ਵੇਖੋ ਜੀ, ਬੜਾ ਵੱਡਾ ਪ੍ਰਬੰਧ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਰੀਆਂ ਕੌਮਾਂ ਆਣ ਕੇ ਨਮਸਕਾਰ ਕਰਦੀਆਂ ਨੇ। ਇਸ ਪ੍ਰਬੰਧ ਦੇ ਹੇਠ ਜਿਹੜੇ ਦੁਸ਼ਟ ਨੇ ਆਣ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕਿਉਂਕਿ ਜਦੋਂ ਬਕਰਮਾ ਕਰੀਦੀਆਂ ਨੇ ਹੋਰ ਬੜੇ ਸਥਾਨ ਆਉਂਦੇ ਨੇ, ਉਹਨੇ ਮੇਨ ਅਸਥਾਨ ਨੂੰ ਕਿਉਂਕਿ ਇਹ ਚੀਜ਼ ਦਾ ਮੁੱਖ ਰੱਖਿਆ ਸੀ ਕਿ ਇੱਥੇ ਜਾ ਕੇ ਮੈਂ ਘਟਨਾ ਕਰਨੀ ਹੈ। ਕੀ ਪਤਾ ਏਜੰਸੀਆਂ ਨੇ ਜਿਹੜੀਆਂ ਇਹ ਬੰਦੇ ਛੱਡੇ ਹੋਏ ਨੇ ਪੰਜਾਬ ਵਿੱਚ ਕਿੰਨੇ ਕੁ ਰੁਪਈਏ ਦੇ ਕੇ ਜਿਹੜਾ ਖਰੀਦਿਆ ਹੋਣਾ ਵਾ ਇਸ ਬੰਦੇ ਨੂੰ, ਤੇ ਫਿਰ ਉਹਨੇ ਆਪਣੇ ਜਾਨ ਦੀ, ਕਿਉਂਕਿ ਉਹਨੂੰ ਮਾਰ ਦਿੱਤਾ ਗਿਆ ਵਾ ਸੰਗਤਾਂ ਵੱਲੋਂ ਦੁਸ਼ਟ ਨੂੰ। ਪਰ ਸ਼੍ਰੋਮਣੀ ਕਮੇਟੀ ਕੋਲ ਇੰਨਾ ਵੱਡਾ ਪ੍ਰਬੰਧ ਆਇਆ ਤੇ ਤਾਂ ਵੀ ਘਟਨਾ ਵਾਪਰ ਗਈ ਹੈ। ਤੇ ਪਿੰਡਾਂ ਵਿੱਚ ਵੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਨੇ। ਮੈਂ ਉੱਥੇ ਇਹ ਗੱਲ ਕਹਿਣਾ ਤਾਂ ਚਾਹੁੰਦਾ ਵਾਂ ਕਿ ਸੰਗਤਾਂ ਸੁਚੇਤ ਹੋ ਜਾਣ। ਜਿਹੜੀਆਂ ਤਖਤਾਂ ਤੇ ਕੇਸਗੜ੍ਹ ਸਾਹਿਬ ਤੇ ਘਟਨਾ ਵਾਪਰੀ, ਉਸ ਤੋਂ ਬਾਅਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਘਟਨਾ ਵਾਪਰੀ। ਇਹ ਤੋਂ 4 ਦਿਨ ਪਹਿਲਾਂ ਇੱਕ ਗੁਟਕਾ ਸਾਹਿਬ ਕੇ ਦੁਸ਼ਟ ਨੇ ਸਰੋਵਰ ਵਿੱਚ ਸੁੱਟ ਦਿੱਤਾ ਗਿਆ। ਉਹ ਦੁਸ਼ਟ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਹਨੇ ਸੋਚਿਆ ਕਿ ਜੇ ਪੁਲਿਸ ਦੇ ਹਵਾਲੇ ਕਰ ਦਿੰਦੇ ਤੇ ਬੜੀ ਵਧੀਆ ਗੱਲ ਹੈ, ਕਿਉਂਕਿ ਉਹਨੂੰ ਨਹੀਂ ਸੀ ਪਤਾ ਕਿ ਮੈਨੂੰ ਮੌਤ ਦੇ ਘਾਟ ਤਾਰ ਦੇਣਾ ਹੈ। ਸੰਗਤਾਂ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਿੱਸਾ ਪਾਇਆ ਹੈ ਕਿ ਇਸ ਨੂੰ ਮੌਤ ਦੀ ਘਾਟ ਤਾਰਨ ਵਾਸਤੇ। ਪਰ ਜਥੇਦਾਰ ਆਪਣੀ ਸਿਕਿਉਰਿਟੀ ਲੈ ਕੇ ਹਰਪ੍ਰੀਤ ਸਿੰਘ ਜੀ ਸਾਬੋ ਕੀ ਤਲਵੰਡੀ ਬੈਠਾ ਹੈ। ਮੈਨੂੰ ਤੇ ਇੱਥੋਂ ਬੜੀ ਆਪਣੇ ਆਪ ਨੂੰ ਨਮੋਸ਼ੀ ਆ ਰਹੀ ਹੈ ਕਿ ਕੌਮ ਨੂੰ ਤਖਤ ਦਾ ਜਥੇਦਾਰ ਨਹੀਂ ਲੱਭਾ, ਕਿਉਂਕਿ 2 ਤਖਤਾਂ ਦਾ ਇੱਕ ਜਥੇਦਾਰ, ਇਹ ਕਿੱਥੋਂ ਦਾ ਫੈਸਲਾ ਹੈ। ਨਾ ਕੋਈ ਸੰਪਰਦਾ ਬੋਲ ਰਹੀ ਆ। ਨਿਹੰਗ ਸਿੰਘ ਬੜੀਆਂ ਸੰਪਰਦਾਵਾਂ ਨੇ ਸਾਡੀਆਂ ਸਤਿਕਾਰਯੋਗ, ਦਮਦਮੀ ਟਕਸਾਲਾਂ ਨੇ, ਬਹੁਤ ਜ਼ਿਆਦੀਆਂ ਸੰਪਰਦਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੀਆਂ ਨੇ। ਉਹ ਇੱਧਰ ਕਿਉਂ ਨਹੀਂ ਧਿਆਨ ਦੇ ਰਹੀਆਂ ਕਿ ਇੱਥੇ ਅਸੀਂ ਚੰਗਾ ਕੌਮ ਨੂੰ ਜਥੇਦਾਰ ਦਈਏ ਜਿਹਦੇ ਨਾਲ ਸਿੱਖ ਕੌਮ ਦਾ ਭਲਾ ਹੋ ਜਾਵੇ। ਜਥੇਦਾਰ ਆਪਣੇ ਬਚਾਅ ਵਾਸਤੇ ਸਾਬੋ ਕੀ ਤਲਵੰਡੀ ਬੜੀ ਸਿਕਿਉਰਿਟੀ ਲਾ ਕੇ ਬੈਠਾ ਹੋਇਆ ਹੈ ਤੇ ਗੁਰੂ ਘਰਾਂ ਵਿੱਚ ਸਿਕਿਉਰਿਟੀ ਕੋਈ ਨਹੀਂ ਆ। ਤੇ ਮੈਂ ਸਿੱਖ ਕੌਮ ਨੂੰ ਬੇਨਤੀ ਕਰਦਾ ਵਾਂ, ਆਓ ਜੇਕਰ ਮੁੱਖ ਮੰਤਰੀ ਜਿਹੜਾ ਲਾ ਦਿੱਤਾ ਗਿਆ ਵਾ ਥੋੜੇ ਦਿਨ ਪਹਿਲਾਂ, ਜਿਹਨੂੰ ਕੈਪਟਨ ਕਿਹਾ ਜਾਂਦਾ ਹੈ, ਅਮਰਿੰਦਰ ਸਿੰਘ, ਉਹਦੀ ਕੈਪਟਨ ਮੰਤਰੀ ਨੇ ਲਾਇਆ, ਐਮਐਲਏ ਨੇ ਲਾਇਆ ਵਾ ਮਤਾ ਪਾ ਕੇ। ਤੇ ਕੀ ਸਿੱਖ ਕੌਮ ਇਹੋ ਜਿਹੇ ਜਥੇਦਾਰਾਂ ਨੂੰ ਨਹੀਂ ਲਾ ਸਕਦੀ? ਲਾ ਸਕਦੀ ਆ, ਪਰ ਸਿੱਖ ਕੌਮ ਇਕੱਠੀ ਹੋ ਗਈ ਤਾਂ ਵਾ। ਇਹ ਜਿਹੜੀਆਂ ਘਟਨਾ ਤਾਂ ਰੁਕਣੀਆਂ ਨੇ, ਚੰਗੇ ਜਥੇਦਾਰ ਆਉਣ, ਚੰਗੇ ਫੈਸਲੇ ਲੈਣਗੇ ਤਾਂ। 2 ਸਾਲ ਹੋ ਗਏ ਨੇ ਜਥੇਦਾਰ ਬਣਿਆ ਨੂੰ, ਅਜੇ ਤੱਕ ਕੋਈ ਵੀ ਚੰਗਾ ਫੈਸਲਾ ਲਿਆ ਹੋਵੇ ਤੇ ਮੈਨੂੰ ਨੀਵੇਂ ਥਾਂ ਬਿਠਾ ਲਿਓ। ਜੇ ਫੈਸਲਾ ਨਹੀਂ ਲਿਆ ਤੇ ਇਹਨੂੰ ਇਥੋਂ ਲਾਇਆ ਜਾਵੇ। ਲੇਕਿਨ ਹੁਣ ਅੱਜ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਵੱਲੋਂ ਕਿਹਾ ਗਿਆ ਕਿ 295 ਏ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ, ਇਹ ਤੋਂ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਤਾਂ ਜੋ ਕਿ ਲੋਕਾਂ ਲਈ ਇੱਕ ਸੇਧ ਬਣ ਸਕੇ। ਕੀ ਲੱਗਦਾ ਹੈ ਕਿ ਹੁਣ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਜਿਹੜੇ ਹੁਣ ਸਿਆਸਤਦਾਨ ਆ ਉਹ ਤੇ ਜਿਹੜੀ ਇੱਕ ਆਪਣੀ ਸਿਆਸਤ ਜ਼ਰੂਰ ਪਖਾਣਗੇ? 295 ਦੀ ਗੱਲ ਕੀਤੀ ਅਸੀਂ ਸੁਖੀ ਰੰਧਾਵੇ ਨੂੰ ਮਿਲ ਕੇ, ਪਤਾ ਨਹੀਂ ਤ੍ਰਿਪਤ ਬਾਜਵਾ ਹਿਜਾਬ ਦਾ ਜਿਹੜਾ ਉਪ ਮੁੱਖ ਮੰਤਰੀ, ਉਪ ਮੁੱਖ ਮੰਤਰੀ ਨੂੰ ਉਹਨੂੰ ਮਿਲੇ। ਉਹ ਕਹਿੰਦਾ ਕਿ 2 ਸਾਲ ਜਿਹੜੀ ਆ ਉਹ
ਰਿਪੋਰਟ ਚਿੱਠੀ ਜਿਹੜੀ ਆ ਕੈਪਟਨ ਦੱਬ ਕੇ ਰੱਖ ਛੱਡਿਆ, ਕੱਢੀ ਨਹੀਂ, ਯਾਨੀ ਕਿ ਸੈਂਟਰ ਸਰਕਾਰ ਨੂੰ ਜਿਹਨਾਂ ਨੂੰ ਕੱਢਣੀ ਸੀ। ਹੁਣ ਅਸੀਂ ਕੱਢੀ ਆ ਜੀ, ਕੋਈ ਵੋਟਾਂ ਆਈਆਂ ਵਾ, ਵੋਟਾਂ ਲੈਣ ਦੀ ਖਾਤਰ। ਹੁਣ ਇੱਕ ਬੰਦੇ ਦਾ ਕਤਲ ਕਰ ਦੇਣਾ 302 ਲੱਗ ਜਾਂਦੀ ਆ, ਉਮਰ ਕੈਦ ਵੀ ਹੋ ਜਾਂਦੀ ਆ। ਪਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਦਾ ਵਾ, ਉਹਨੂੰ ਕੋਈ ਉਮਰ ਕੈਦ ਨਹੀਂ, ਉਹਨੂੰ ਕੋਈ ਸਜ਼ਾ ਨਹੀਂ, 2-3 ਦਿਨਾਂ ਬਾਅਦ ਜ਼ਮਾਨਤ ਹੋ ਜਾਂਦੀ ਆ। ਜਦੋਂ ਅਕਾਲੀ ਦਲ ਸਰਕਾਰ ਸੀ, 10 ਸਾਲ ਰਾਜ ਕੀਤਾ ਉਹਨਾਂ ਨੇ, ਉਦੋਂ ਇਹਨਾਂ ਨੇ ਕੋਈ ਵੀ ਸ਼੍ਰੋਮਣੀ ਕਮੇਟੀ ਨੇ ਇਸ ਜਿਹੜੀ ਧਾਰਾ ਦੀ ਸੋਧ ਨਹੀਂ ਕਰਾਈ, ਜਿਹਦੇ ਕਰਕੇ ਘਟਨਾ ਵਾਪਰੀਆਂ ਨੇ। ਇਹਨਾਂ ਨੂੰ ਪਛਾਣ ਹਟ ਜਾਣਾ ਚਾਹੀਦਾ ਇਸ ਅਹੁਦਿਆਂ ਤੋਂ, ਕਿਉਂਕਿ ਘਟਨਾ ਇੱਕ ਨਹੀਂ, ਜਿਹੜੀ 328 ਪਾਵਨ ਸਰੂਪਾਂ ਦਾ ਅਸੀਂ ਹਿਸਾਬ ਲੈਣ ਆਏ ਆ। ਇਹ ਸਾਡੀ ਕੋਈ ਰਿਪੋਰਟ ਬਣੀ ਨਹੀਂ ਆ, ਇਹ ਜਥੇਦਾਰ ਵੱਲੋਂ ਬਣੀ ਆ। ਜਾਂ ਅਸੀਂ ਝੂਠ ਬੋਲਦੇ ਆ ਤਾਂ ਅਸੀਂ ਇਹ ਗੱਲ ਕਹੀ ਆ ਸੰਗਤਾਂ ਨੂੰ ਕਿ ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਕਰਕੇ ਅਸੀਂ ਬਹਿ ਜਾਂਦੇ ਆ। ਜੇ ਅਸੀਂ ਗਲਤ ਹੋਵਾਂਗੇ ਤੇ ਅਸੀਂ ਜਥੇਬੰਦੀਆਂ ਛੱਡ ਦੇਵਾਂਗੇ, ਤੇ ਜੇਕਰ ਇਹ ਗਲਤ ਹੋਏ ਇਹਨਾਂ ਦੀ ਰਿਪੋਰਟ ਦੇ ਮੁਤਾਬਕ ਤੇ ਇਹ ਜਥੇਦਾਰੀਆਂ ਤੇ ਅਹੁਦੇਦਾਰੀਆਂ ਛੱਡ ਦੇਣਾ। ਕੀ ਲੱਗਦਾ ਹੈ ਕਿ ਇਹ ਇਸ਼ੂ ਤਾਂ ਰੇਜ਼ ਹੋ ਪਾਇਆ ਕਿਉਂਕਿ ਲਾਈਵ ਚੱਲ ਰਿਹਾ ਸੀਗਾ? ਅਗਰ ਲਾਈਵ ਨਾ ਚੱਲਦਾ ਹੁੰਦਾ ਤਾਂ ਇਹਨੂੰ ਦਬਾਉਣ ਹਾਂਜੀ, ਕਿਉਂਕਿ ਕੱਲੀ ਇੱਥੇ ਘਟਨਾ ਜਿਹੜੀ ਪਿੰਡਾਂ ਵਿੱਚ ਘਟਨਾ ਵੀ ਹੁੰਦੀਆਂ ਵਾ, ਉਹਨੂੰ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਦਬਾਇਆ ਜਾਂਦਾ ਵਾ। ਇਹ ਖੁਦ ਸਾਡੇ ਨਾਲ ਹੁੰਦੀ ਆ। ਇਹ ਦਬਾਈ ਤਾਂ ਜਾਣੀ ਸੀ, ਇਹ ਦਬਾਈ ਇਹ ਵੀ ਜਾਣੀ ਸੀ, ਕਿਉਂਕਿ ਦਬਾਈ ਜਾਣੀ ਸੀ ਜੇ ਲਾਈਵ ਪ੍ਰੋਗਰਾਮ ਨਾ ਸੰਗਤਾਂ ਤੱਕ, ਜਦੋਂ ਸੰਗਤਾਂ ਸੋਦਰ ਸੁਣ ਰਹੀਆਂ ਸਨ, ਉਸੇ ਵੇਲੇ ਇੱਕ ਦੂਜੇ ਨੇ ਸਾਨੂੰ ਪਤਾ ਨਹੀਂ ਕਿੰਨੇ ਕੁ ਫੋਨ ਆਏ ਆ ਕਿ ਭਾਈ ਸਾਹਿਬ ਜੀ ਉੱਥੇ ਪਹੁੰਚੋ, ਅਸੀਂ ਉਸ ਵੇਲੇ ਤੁਰੰਤ ਪਹੁੰਚ ਗਏ ਆ। ਅਸੀਂ ਬੇਨਤੀ ਇਸੇ ਕੌਮ ਨੂੰ ਕਰਦੇ ਆ ਕਿ ਏਡੇ ਵੱਡੇ ਪ੍ਰਬੰਧ ਦੇ ਵਿੱਚ ਇਹ ਕੰਮ ਹੋ ਗਿਆ ਵਾ, ਤੇ ਸੰਗਤ ਜੀ ਪਿੰਡਾਂ ਦੇ ਵਿੱਚ ਪ੍ਰਬੰਧ ਕੋਈ ਨਹੀਂ, ਤਗੜੇ ਹੋ ਕੇ ਪ੍ਰਬੰਧ ਸੰਭਾਲੀਏ ਚੰਗੇ ਰਾਜੋ। ਜਦੋਂ 328 ਸਰੂਪਾਂ ਦਾ ਮਾਮਲਾ ਸਾਹਮਣੇ ਆਇਆ ਸੀਗਾ, ਉਦੋਂ ਤੁਹਾਨੂੰ ਵੀ ਬੜੀਆਂ ਡਾਂਗਾ ਪਈਆਂ ਸੀਗੀਆਂ। ਐਸਜੀਪੀਸੀ ਨੇ ਰੱਜ ਕੇ ਜਿਹੜਾ ਸੀਗਾ ਸਿੰਘਾਂ ਨੂੰ ਕੁੱਟਿਆ ਸੀਗਾ। ਕੀ ਕਾਰਨ ਸਮਝਦੇ ਹੋ ਕਿ ਲੱਗਦਾ ਹੈ ਕਿ ਉਹ ਜਿਹੜਾ ਸਮਾਂ ਸੀਗਾ ਜਾਂ ਆ ਜਾਂ ਸਮਾਂ ਦੋਨਾਂ 'ਚ ਕੀ ਤੁਸੀਂ ਵੱਖਰਾ ਦੇਖਦੇ ਪਏ ਹੋ? ਜਿਹੜਾ ਤੁਹਾਡੇ ਤੇ ਤਸ਼ੱਦਦ ਢਾਇਆ ਗਿਆ ਤੇ ਉਹ ਜਿਸ ਵਿਅਕਤੀ ਵੱਲੋਂ ਜਾਂ ਜਿਹੜਾ ਪਾਪੀ ਸੀਗਾ ਉਹਦੇ ਤਸ਼ੱਦਦ ਢਾਇਆ ਗਿਆ ਸੀ। ਦੇਖੋ ਜੀ, ਜਿਹਨੇ ਗੁਰਦੁਆਰਾ ਸਾਹਿਬ ਸੁੱਟਿਆ ਵਾ ਸਰੋਵਰ 'ਚ, ਉਹਦੇ ਇੱਕ ਚਪੇੜ ਵੀ ਨਹੀਂ ਮਾਰੀ ਜੀ ਇਹਨਾਂ ਨੇ। ਆਹ ਤੇ ਸੰਗਤਾਂ ਦੇ ਦਾ ਆ ਗਿਆ ਵਾ, ਤੇ ਇਹ ਸੰਗਤਾਂ ਨੇ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਵਾ। ਤੇ ਜਿਸ ਦਿਨ ਇਹਨਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਸੀਆਂ, ਇਹਨਾਂ ਨੇ ਨਾ ਵੇਖਿਆ ਕਿ ਬਾਣੀ ਵਾਲੇ ਆ, ਇਹਨਾਂ ਨੇ ਸਾਨੂੰ 2-3 ਘੰਟੇ ਕਿਡਨੈਪ ਕਰ ਛੱਡਿਆ ਜੀ। ਹਾਂਜੀ, ਇਹ ਰੱਜ ਕੇ ਕੁੱਟਿਆ ਇਹਨਾਂ ਨੇ, ਮੰਤ ਨਰੈਣੂ ਵਾਲਾ ਕੰਮ ਕੇ ਲੋਕ ਕਰਕੇ ਦਿਖਾਇਆ ਜੀ। ਬੱਚੇ ਬੀਬੀਆਂ ਕਿਸੇ ਦਾ ਲਿਹਾਜ਼ ਨਹੀਂ ਕੀਤਾ ਜੀ। ਸ਼ਾਂਤਮਈ ਤਰੀਕੇ ਨਾਲ ਮੰਗ ਰਹੇ ਸਾਂ, ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਕੋਲੋਂ ਅਸੀਂ ਹਿਸਾਬ ਨਹੀਂ ਮੰਗ ਰਹੇ, ਅਸੀਂ ਉਹਨਾਂ ਬੰਦਿਆਂ ਦੇ ਫੌਜਦਾਰੀ ਪਰਚੇ ਦਰਜ ਕਰਾਉਣ ਵਾਸਤੇ ਮੰਗ ਕਰ ਰਹੇ ਜਿਨ੍ਹਾਂ ਤੇ ਇਹਨਾਂ ਨੇ ਹੀ ਅਖਬਾਰ ਵਿੱਚ ਬਿਆਨ ਤੇ ਮੀਡੀਆ ਰਾਹੀਂ, ਫਿਰ ਕੱਲਾ ਸਾਨੂੰ ਨਹੀਂ ਮੀਡੀਆ ਵਾਲਿਆਂ ਨਾਲ ਵੀ ਇਹਨਾਂ ਨੇ ਬਹੁਤ ਜ਼ਿਆਦਾ ਬਦਤਮੀਜ਼ੀ, ਮੋਬਾਈਲ ਖੋਏ ਗਏ, ਕੈਮਰੇ ਖੋਏ ਗਏ, ਦੂਜੇ ਮੁੜ ਕੇ ਬਾਅਦ ਦੇ ਵਿੱਚ ਇਹਨਾਂ ਬਣਾ ਕੇ ਫਿਰ ਕੈਮਰੇ ਦਿੱਤੇ ਗਏ, ਕਿਉਂਕਿ ਵੀਡੀਓ ਜਿਹੜੀਆਂ ਬਣ ਚੁੱਕੀਆਂ ਸਨ ਸਾਨੂੰ ਕੁੱਟਦਿਆਂ ਦੀਆਂ, ਉਹਨਾਂ ਨੂੰ ਪਤਾ ਕਿ ਜੇ ਜਨਤਕ ਹੋ ਗਈਆਂ ਤੇ ਇਹਨਾਂ ਨੇ ਪ੍ਰੂਫ ਇਹਨਾਂ ਦੇ ਹੱਥ ਆ ਜਾਣੇ ਆ ਤੇ ਕੋਰਟ ਰਾਹੀਂ ਧੂਣਗੇ। ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ, ਸੰਗਤ ਜੀ ਹੁਣ ਇਹ ਮੱਕੇ ਤੋਂ ਗਾੜੀ ਝਾੜ ਜੇ, ਹੁਣ ਹੀ ਸੁਚੇਤ ਹੋ ਜਾਈਏ, ਹੁਣ ਹੀ ਇਕੱਠੇ ਹੋ ਜਾਈਏ। ਵੱਖਰੇ ਜਥੇਬੰਦੀਆਂ ਤੁਰੀਆਂ ਨੇ ਜਿਹਦੇ ਕਰਕੇ ਇਹ ਕੰਮ ਹੋ ਰਿਹਾ। ਜੇ ਇੱਕ ਪਲੇਟਫਾਰਮ ਤੇ ਆਪਾਂ ਹੋ ਜਾਵਾਂਗੇ ਆ। ਸਿੰਘ ਜੀ, ਇੱਥੇ ਮੈਂ ਤੁਹਾਨੂੰ ਰੋਕਣਾ ਚਾਹੂੰਗੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਤ ਪੋਸਟ ਪਾਈ, ਅਪੀਲ ਕੀਤੀ ਹੈ ਕੇਂਦਰ ਦੀ ਸਰਕਾਰ ਨੂੰ ਅਤੇ ਸੁਰੱਖਿਆ ਏਜੰਸੀਆਂ ਨੂੰ, ਵੀਡੀਓ ਪਾ ਕੇ ਦੱਸਿਆ ਹੈ ਕਿ ਤੁਸੀਂ ਇਹਨਾਂ ਦੇ ਉੱਤੇ ਜਾਣਕਾਰੀ ਹਾਸਲ ਕਰੋ ਕਿ ਸਾਰਾ ਕੰਮ ਸ਼ੁਰੂ ਹੁੰਦਾ ਕਿੱਥੋਂ ਹੈ। ਲੱਗਦਾ ਤੁਹਾਨੂੰ ਉਹਨਾਂ ਦੀ ਗੱਲ ਸੈਂਟਰ ਦੀ ਸਰਕਾਰ ਮੰਨ ਕੇ ਸ਼ੁਰੂਆਤ ਕਰੇਗੀ? ਵੇਖੋ ਜੀ, ਬਾਦਲ ਨੂੰ ਇਹ ਨਹੀਂ ਪਾਈ ਕਿ ਜਿਹੜੇ ਮੈਂ ਬਗਰਾੜੀ ਦੇ ਵਿੱਚ ਸ਼ਰੇਆਮ ਮੇਰੀ ਸਰਕਾਰ ਦੇ ਮੇਰੇ ਟਾਈਮ ਤੇ ਗੋਲੀ ਚਲਾ ਕੇ ਕਈ 2 ਸਿੰਘ ਸ਼ਹੀਦ ਕਰ ਦਿੱਤੇ ਆ। ਉਹ ਬਾਦਲ ਨੇ ਕਿਉਂ ਨਹੀਂ ਪਾਈ ਕਿ ਮੈਂ ਆਪ ਖੁਦ ਇਹ ਕੰਮ ਕਰਾਇਆ? ਕਬੂਲੇ ਹਾਂ, ਕਬੂਲ, ਕਿਉਂਕਿ ਏਜੰਸੀਆਂ ਕੀ ਆ ਜਿਹੜਾ ਆਪਣਾ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਐਡਾ ਤਗੜਾ ਅਹੁਦਾ ਛੱਡ ਕੇ ਆਇਆ। ਕਿਉਂ ਛੱਡ ਕੇ ਆਇਆ ਵਾ? ਗੰਦੇ ਸਿਸਟਮ ਦੇ ਕਰਕੇ ਆਇਆ ਵਾ ਕਿ ਸਾਰਾ ਕੰਮ ਤੇ ਇਹਨਾਂ ਨੇ ਕਰਵਾਇਆ। ਜਿਹੜੇ ਨੌਜਵਾਨ ਸ਼ਹੀਦ ਕਰ ਦਿੱਤੇ ਉੱਥੇ ਬਗਰਾੜੀ ਦੇ ਵਿੱਚ, ਜਿਹੜਾ ਇਨਸਾਫ ਮੋਰਚਾ ਫਿਰ ਉੱਤੇ ਲੱਗਾ ਵਾ। ਕਿਉਂ ਲੱਗਾ ਵਾ? ਕਿ ਇਨਸਾਫ ਹੀ ਮੰਗ ਰਹੇ ਅਸੀਂ। ਤੇ ਬਾਦਲ ਨੂੰ ਅੱਜ ਕਿਉਂ ਜਿੱਤੇ ਆ ਗਿਆ? ਹਰਿਮੰਦਰ ਸਾਹਿਬ ਦੀ ਘਟਨਾ ਵਾਪਰੀ, ਵੋਟਾਂ ਜੋ ਆਈਆਂ ਵਾ, ਤੇ ਬਾਦਲ ਇਹ ਕਵੇ ਕੋਣਾ ਵੀਡੀਓ ਆਈ ਸੀ ਕਿ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਾਇਆ ਸਾਡਾ ਰਵੇ ਕੁਝ ਨਾ, ਤੇ ਜਿਹੜਾ ਸਾਡੇ ਤੇ ਨਾਂ ਲਾ ਰਿਹਾ ਜਾਂ ਉਹਨਾਂ ਦਾ ਰਵੇ ਕੁਝ ਨਾ। ਤੇ ਇਹ ਕਿਉਂ ਨਾ ਹੈ? ਸਿਮਰਤ ਬਾਦਲ ਨੇ ਇਹ ਗੱਲ ਕਿਉਂ ਨਹੀਂ ਕਹੀ? ਤੇ ਸੁਖਬੀਰ ਬਾਦਲ ਨੇ ਇਹ ਗੱਲ ਕਿਉਂ ਨਹੀਂ ਕਹੀ ਕਿ ਜਿਹੜਾ ਅਸੀਂ ਬਗਰਾੜੀ ਦੇ ਵਿੱਚ ਗੋਲੀ ਚਲਾਈ ਆ, ਉਹ ਕਿਉਂ ਨਹੀਂ ਗੱਲ ਕਹੀ? ਬਰਗਾੜੀ ਦੀ ਤੇ ਅਕਾਲੀ ਦਲ ਦੇ ਨਾਲ ਤਾਰ ਤੁਸੀਂ ਕਹਿ ਰਹੇ ਕਿ ਜੁੜਦੀ ਹੋਈ ਨਜ਼ਰ ਆਏ, ਤੇ ਇਸ ਘਟਨਾ ਦੀ ਕਿਹਨਾਂ ਸਮਝਦੇ ਹੋ ਤਾਰ ਜੁੜਦੀ ਹੋਈ ਨਜ਼ਰ ਆਊਗੀ? ਇਹ ਜੀ ਵੇਖੋ, ਸਭ ਕੁਝ ਇਹੋ ਕਰਾ ਲੈਂਦੇ ਆ, ਵੋਟਾਂ ਆਈਆਂ ਵਾ, ਇਹ ਇਹਨਾਂ ਨੂੰ ਸਾਰਾ ਹੀ ਪਤਾ ਹੁੰਦਾ ਜੀ। ਇਹ ਵੋਟਾਂ ਤੋਂ ਪਹਿਲਾਂ ਕਿਉਂ ਹੁੰਦਾ ਸਿੰਘ ਜੀ? ਕਿਉਂਕਿ 2015 ਦਾ ਵੇਲਾ ਸੀ, ਉਦੋਂ ਬਰਗਾੜੀ ਕਾਂਡ ਹੋ ਗਿਆ,
ਹੁਣ ਫੇਰ ਹੋ ਗਿਆ, ਵੋਟਾਂ ਦਾ ਵੇਲਾ ਬਹੁਤ ਨਜ਼ਦੀਕ ਹੈਗਾ, ਚੋਣ ਜਾਬਤਾ ਲੱਗਣ ਵਾਲਾ ਹੈ ਕਿ ਇਹਨਾਂ ਨੇ ਹੋਰ ਤੇ ਕੋਈ ਦੇਣਾ ਨਹੀਂ ਜੀ ਜਨਤਾ ਨੂੰ ਜੀ। ਜਨਤਾ ਦਰ ਕੇ ਭਟਕਦੀ ਫਿਰਦੀ ਆ ਜੀ। ਤੇ ਇਹ ਮੁੱਦਿਆਂ ਦੇ ਜਿੱਦਾਂ ਹੁਣ ਪ੍ਰਸ਼ਾਸਨ ਨੇ ਕਹਿ ਦੇਣਾ ਜੀ ਤੁਹਾਡੇ ਕਰਕੇ ਸਾਰਾ ਪ੍ਰਸ਼ਾਸਨ ਇੱਧਰ ਲੱਗਾ ਹੋਇਆ ਵਾ, ਅਸੀਂ ਉਦਾਂ ਉਹਦੀ ਤਹਿ ਤੱਕ ਜਾਣਾ, ਅਸੀਂ ਬਹਾਨੇ ਹੁੰਦੇ ਆ। ਤੇ ਇਹ ਪੰਜਾਬ ਸਰਕਾਰ ਜਿਹੜੀ ਪਹਿਲਾਂ ਰਹਿ ਕੇ ਗਈ ਉਹਨੇ ਵੀ ਕੁਝ ਨਹੀਂ ਕੀਤਾ, ਜਿਹੜੀ ਹੁਣ ਕਰ ਰਹੀ ਆ ਉਹਨੇ ਵੀ ਨਹੀਂ ਕੁਝ ਕੀਤਾ। ਤੇ ਗਾਂ ਮੇਰੇ ਹਿਸਾਬ ਨਾਲ ਪੰਜਾਬ ਦਾ ਜਿਹੜਾ ਦਿਨੋਂ ਦਿਨ ਮਾਹੌਲ ਖਰਾਬ ਹੀ ਹੋ ਰਿਹਾ, ਸੁਧਰ ਨਹੀਂ ਰਿਹਾ। ਮੇਰੀ ਬੇਨਤੀ ਆ ਸਿੱਖ ਸੰਗਤਾਂ ਨੂੰ, ਸੰਗਤ ਜੀ ਸੁਚੇਤ ਹੋ, ਪੜ੍ਹੇ ਲਿਖੇ ਜੇ। ਇਹਨਾਂ ਦੀਆਂ ਕੁਰਸੀਆਂ ਦੇ ਜਦੋਂ ਤੇ ਅਸੀਂ ਕਹਿੰਦੇ ਆ ਫਲਾਣੇ ਥਾਂ ਨਰਾਦਰ ਹੋਇਆ ਉਦੋਂ ਤੁਰਦਾ ਕੋਈ ਨਹੀਂ, ਤੇ ਜਦੋਂ ਕਿਤੇ ਬਾਦਲ ਦੀ ਰੈਲੀ ਹੋਵੇ ਤੇ ਨੀਲੀਆਂ ਪੱਗਾਂ ਬੰਨ੍ਹ ਕੇ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਹੁਤੇ ਇਹਨਾਂ ਦੇ ਰੈਲੀਆਂ ਤੇ ਤੁਰੇ ਫਿਰਦੇ ਆ। ਲੰਗਰ ਵੀ ਗੁਰੂ ਘਰੋਂ ਜਾਂਦਾ ਇਹਨਾਂ ਦੀਆਂ ਰੈਲੀਆਂ ਤੇ, ਮੈਂ ਕੋਲੋਂ ਨਹੀਂ ਕਹਿ ਰਿਹਾ ਇਹ, ਤਾਂ ਕਰਕੇ ਇਹ ਘਟਨਾ ਵਾਪਰੀ ਆ। ਜਿੰਨਾ ਵੱਡਾ ਪ੍ਰਬੰਧ ਵਾ, ਜਿੰਨੇ ਸੇਵਾਦਾਰ ਇਹਨਾਂ ਨੇ ਇੱਥੇ ਲਾਏ ਵਰਸ਼ੇ ਦੇ ਕੇ, ਉਹ ਸਾਰੇ ਤੇ ਹੜੇ ਇਹਨਾਂ ਦੀਆਂ ਰੈਲੀਆਂ ਤੁਰੇ ਫਿਰਦੇ ਆ ਰੌਣਕ ਵਧਾਉਣ ਵਾਸਤੇ ਕਿ ਸਾਡੇ ਨਾਲ ਵਾਹ ਹੁੰਦੀ ਆ। ਝੰਡੇ ਵੀ ਮੈਂ ਕੋਲੋਂ ਨਹੀਂ ਕਹਿ ਰਿਹਾ, ਜਿਹੜੇ ਬਣੇ ਆ ਲਈ ਫਿਰਦੇ ਨੇ ਖੱਟੇ ਰੰਗ ਦੇ, ਉਹ ਵੀ ਜਾਂ ਮੈਂ ਕਹਿ ਨਹੀਂ ਗਿਆ ਇਹਨਾਂ ਦੀ ਪ੍ਰੈਸ ਵਿੱਚ ਜੇ ਆ ਜਿਹੜੇ ਆਪਣੇ ਚੈਨਲ ਚੱਲਦੇ ਨੇ ਉਹਨਾਂ ਨੂੰ ਪੇ ਇਥੋਂ ਦੇ ਰਹੇ ਸ਼੍ਰੋਮਣੀ ਕਮੇਟੀ। ਜੇ ਬੱਸਾਂ ਦਾ ਕੋਈ ਕਾਰੋਬਾਰ ਹੋ ਰਿਹਾ ਬਾਦਲ ਦਾ, ਉਹ ਵੀ ਪੇ ਇਥੋਂ ਦੇ ਰਹੇ ਆ, ਭਾਵ ਕਿ ਸਾਰਾ ਕੁੱਤੀ ਚੋਰ ਰਲਿਆ ਹੋਇਆ ਵਾ। ਇਹਨਾਂ ਨੂੰ ਆਪਾਂ ਹੁਣ ਪੰਜਾਬ ਦੇ ਚੋਂ ਕੱਢੀਏ, ਚੰਗੇ ਰਹਿ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀ ਸਿੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਵੀ ਚੁਣਾਵ ਦਾ ਸਮਾਂ ਨਜ਼ਦੀਕ ਆਉਂਦਾ, ਵੋਟਾਂ ਦਾ ਸਮਾਂ ਨਜ਼ਦੀਕ ਆਉਂਦਾ, ਤਾਂ ਪੰਜਾਬ ਵਿੱਚ ਇਸੇ ਤਰ੍ਹਾਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਉਹ ਵੱਧਦੀਆਂ ਜਾਂਦੀਆਂ। ਤੁਹਾਨੂੰ ਦੱਸ ਦਈਏ ਕਿ ਇਸ 'ਤੇ ਦੇਰ ਰਾਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਾ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਗਿਆ। ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਵੀ ਕਹਿਣਾ ਕਿ ਇਸ ਤੇ ਏਜੰਸੀਆਂ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਹੈ। ਤੇ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵੀ ਅੰਮ੍ਰਿਤਸਰ ਪਹੁੰਚੇ ਸੀ ਤੇ ਉਹਨਾਂ ਨੇ ਵੀ ਧਾਰਾ 295 ਇਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਆ। ਲੇਕਿਨ ਗੱਲ ਇੱਥੇ ਹੈ ਕਿ ਪਿਛਲੇ 2-3 ਦਿਨ ਪਹਿਲਾਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਲੇਕਿਨ ਉਸ ਮਾਮਲੇ ਨੂੰ SGPC ਵੱਲੋਂ ਦਬਾ ਦਿੱਤਾ ਗਿਆ। ਅਤੇ ਕੱਲ ਜੋ ਬੇਅਦਬੀ ਦੀ ਘਟਨਾ ਹੋਣ ਲੱਗੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ, ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ 'ਚ ਕਾਫੀ ਜਿਹੜਾ ਰੋਸ ਹੈ ਉਹ ਦੇਖਣ ਨੂੰ ਮਿਲ ਰਿਹਾ ਸੀ, ਜਿਸ ਦੇ ਚੱਲਦੇ ਹੁਣ ਇੱਕ ਵਾਰ ਫਿਰ ਸਿੱਖ ਜਥੇਬੰਦੀਆਂ ਵੱਲੋਂ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇੱਕ ਵਾਰ ਮਾਰਚ ਜਿਹੜਾ ਕੀਤਾ ਗਿਆ। ਤਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਿਖੇ ਆ ਕਿ ਉਹਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਅੰਮ੍ਰਿਤਸਰ ਦਾ ਅਨਮਿਊਟ।